ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਰਾਗ ਸੂਹੀ ਮਹਿਲਾ ਪਹਿਲਾ ਚੌਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਓ। ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ। ਏ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨ ਆਵੈ। ਰਸਨਾ ਨਾਮ ਜਪੋ ਤਬ ਮਥਿਐ ਇਨ ਬਿਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹੈ। ਕਹਿੰਦੇ ਕਹਿ 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 ਜਾਵੈ ਤੁਮ ਸਰ ਅਵਰ ਨ ਕੋਈ। ਭਗਤਹੀਨ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਕਹਿੰਦੇ ਕਹਿ 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 ਜਾਵੈ ਤੁਮ ਸਰ ਅਵਰ ਨਾ ਕੋਈ। ਭਗਤਹੀਨ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਜੋ ਗੁਰੂ ਦੇ ਮੁਖ ਤੋਂ ਉਚਾਰਿਆ ਹੋਇਆ ਹੁਕਮ ਰਾਗ ਸੂਹੀ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਇਹ ਬਾਣੀ 4 ਪਦਿਆਂ ਅਨੁਸਾਰ ਇਸ ਰਾਗ ਵਿੱਚ 4 ਪਦੇ ਹਨ ਤੇ ਰਾਗੀਆਂ ਨੂੰ ਹਦਾਇਤ ਹੈ ਪਹਿਲੇ ਕਾਰਜ ਗਾਉਣ ਦੀ। ਸੋ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹਨ ਕਿ ਜਿਵੇਂ ਅਸੀਂ ਗਾਵਾਂ ਮੱਝਾਂ ਦਾ ਦੁੱਧ ਕੱਢ ਕੇ ਤੇ ਦੁੱਧ 'ਚੋਂ ਮੱਖਣ ਹਾਸਲ ਕਰਨ ਦਾ ਸਾਡਾ ਟੀਚਾ ਹੁੰਦਾ ਹੈ, ਅਸੀਂ ਦੁੱਧ ਦਾ ਮੱਖਣ ਬਣਾ ਲੈਂਦੇ ਹਾਂ, ਤੱਤ ਬਣਾ ਲੈਂਦੇ ਹਾਂ। ਉਸੇ ਤਰ੍ਹਾਂ ਆਪਣੇ ਸਰੀਰ ਰੂਪ ਚਾਟੀ ਦੇ ਵਿੱਚ ਨਾਮ ਨੂੰ ਰਿੜਕ ਕੇ ਅਸੀਂ ਪਰਮੇਸ਼ਰ ਰੂਪ ਮੱਖਣ ਨੂੰ ਪਾ ਸਕਦੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਓ। ਜਦੋਂ ਤੁਸੀਂ ਦੁੱਧ ਕੱਢਣ ਵਾਸਤੇ ਗਾਵਾਂ ਮੱਝਾਂ ਦਾ ਦੁੱਧ ਕੱਢਣ ਵਾਸਤੇ ਤੁਸੀਂ ਤਿਆਰੀ ਕਰਦੇ ਹੋ, ਦੁੱਧ ਲਿਆਉਣ ਵਾਸਤੇ, ਤੇ ਤੁਸੀਂ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਮਾਂਜ ਕੇ ਬਹਿ ਕੇ
ਤੇ ਚੰਗੀ ਤਰ੍ਹਾਂ ਧੁੱਪੇ ਸੁਕਾ ਕੇ ਧੂਪ ਦਿਓ। ਭਾਂਡਾ ਧੋਏ ਬੈਸ ਧੂਪ ਦਿਓ, ਤੋ ਦੁੱਧੇ ਕੋ ਜਾਓ। ਤਾਂ ਤੁਸੀਂ ਦੁੱਧ ਚੋਣ ਵਾਸਤੇ ਜਾਂਦੇ ਹੋ ਤਾਂ ਕਿ ਦੁੱਧ ਖਰਾਬ ਨਾ ਹੋ ਜਾਏ। ਅੰਮ੍ਰਿਤ ਦੁੱਧ ਹੈ। ਥੋੜ੍ਹਾ ਜਿਹਾ ਵੀ ਖੱਟਾ ਜਾਂ ਮਿੱਠਾ ਜਾਂ ਪੁਰਾਣਾ ਕੋਈ ਚੀਜ਼ ਦਾਗ ਰਹਿ ਗਿਆ ਉਹਦੇ ਵਿੱਚ ਭਾਂਡੇ 'ਚ, ਤੇ ਉਹ ਦੁੱਧ ਖਰਾਬ ਹੋ ਜਾਏਗਾ। ਤਾਂ ਗੁਰੂ ਸਾਹਿਬ ਕਹਿੰਦੇ ਜਦੋਂ ਤੁਸੀਂ ਦੁੱਧ ਚੋਣ ਜਾਂਦੇ ਹੋ, ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜ ਕੇ ਸੁਕਾ ਕੇ ਲਿਜਾਂਦੇ ਹੋ ਤਾਂ ਕਿ ਦੁੱਧ ਖਰਾਬ ਨਾ ਹੋਵੇ। ਪਾਤਸ਼ਾਹ ਕਹਿੰਦੇ ਨੇ ਕਿ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਭਾਂਡੇ ਨੂੰ ਧੋ ਕੇ ਵਿਕਾਰ ਰਹਿਤ ਕਰਕੇ ਤੁਸੀਂ ਨਾਮ ਅੰਮ੍ਰਿਤ ਵਿੱਚ ਪਾ ਸਕਦੇ ਹੋ, ਤੇ ਇਹਦੇ ਤੋਂ ਤੁਹਾਨੂੰ ਤੱਤ ਜਿਹੜਾ ਹੈ ਪਰਮੇਸ਼ਰ ਤੁਹਾਡੇ ਅੰਦਰ ਪ੍ਰਗਟ ਹੋ ਜਾਏਗਾ। ਕਹਿੰਦੇ ਨੇ ਮੱਖਣ ਹਾਸਲ ਕਰਨ ਵਾਸਤੇ ਭਾਈ ਤੁਸੀਂ ਪਹਿਲਾਂ ਭਾਂਡਾ ਧੋ ਕੇ ਉਸ ਭਾਂਡੇ ਨੂੰ ਧੁੱਪ ਵਿਖਾ ਕੇ ਦੁੱਧ ਲੈਣ ਜਾਂਦੇ ਹੋ, ਫਿਰ ਜਾਗ ਲਾ ਕੇ ਉਸ ਨੂੰ ਜਮਾਉਂਦੇ ਹੋ। ਇਸੇ ਤਰ੍ਹਾਂ ਜੇ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਹੈ ਤਾਂ ਹਿਰਦੇ ਨੂੰ ਪਵਿੱਤਰ ਕਰਕੇ, ਆਪਣੇ ਮਾਈਂਡ ਨੂੰ ਸਾਫ਼ ਕਰਕੇ, ਆਪਣੀ ਸੁਰਤ ਨੂੰ ਸਾਫ਼ ਕਰਕੇ, ਵਿਕਾਰ ਰਹਿਤ ਕਰਕੇ, ਤੇ ਇਸ ਹਿਰਦਾ ਇਸ ਭਾਂਡੇ ਨੂੰ ਧੂਪ ਦਿਓ, ਧੁੱਪ ਲਵਾਓ, ਭਾਵ ਵਿਕਾਰ ਰਹਿਤ ਕਰੋ। ਤਾਂ ਹੀ ਦੁੱਧ ਲੈਣ ਜਾ ਸਕਦੇ ਹੋ, ਤਾਂ ਹੀ ਤੁਸੀਂ ਅੰਮ੍ਰਿਤ ਪਾ ਸਕਦੇ ਹੋ। ਹਿਰਦਾ ਰੂਪੀ ਭਾਂਡੇ ਨੂੰ ਵੀ ਇਸੇ ਤਰ੍ਹਾਂ ਹੀ ਸਾਫ਼ ਕਰਨਾ ਹੈ ਜਿਵੇਂ ਤੁਸੀਂ ਦੁੱਧ ਲੈਣ ਜਾਓ ਤੇ ਭਾਂਡਾ ਸਾਫ਼ ਕਰਦੇ ਹੋ। ਹਿਰਦਾ ਰੂਪ ਭਾਂਡਾ ਭਾਵ ਸੁਰਤ ਰੂਪ ਭਾਂਡਾ, ਦਿਮਾਗ ਰੂਪ ਭਾਂਡਾ ਜਿਹੜਾ। ਤੇ ਸਾਡੇ ਦੇ ਦਿਮਾਗ ਦੇ ਵਿੱਚ ਤਾਂ ਕਿਰੇ ਅਖਬਾਰਾਂ ਪਈਆਂ ਨੇ, ਕਿਰੇ ਖਬਰਾਂ ਪਈਆਂ ਨੇ, ਦੁਨੀਆ ਭਰ ਦੀਆਂ ਗੱਲਾਂ ਅਸੀਂ ਯਾਦ ਨੇ। ਅੱਜ ਤੋਂ 50 ਸਾਲ ਪਹਿਲੀ ਗੱਲ ਭਾਵੇਂ ਹੁਣ ਪੁੱਛ ਲਓ, ਵਿੱਚ ਫੀਡ ਹੋਈਆਂ ਨੇ। ਭਾਂਡਾ ਸਾਫ਼ ਕਿਤੇ। 36 ਪ੍ਰਕਾਰ ਦੇ ਨਾਟਕ ਅਸੀਂ ਭਾਂਡੇ 'ਚ ਪਾਏ ਹੋਏ ਨੇ, ਫਿਲਮਾਂ ਦੇ ਸੀਨ ਅਸੀਂ ਦਿਮਾਗ 'ਚ ਪਾਏ ਹੋਏ ਨੇ। ਭਾਂਡਾ ਸਾਫ਼ ਕਿੱਥੇ? ਦੇਖੋ, ਚੇਤਾ ਸ਼ਕਤੀ ਦਿਮਾਗ ਤਾਂ ਹੀ ਚੇਤਾ ਕਰਦਾ ਹੈ ਜੇ ਇਹਨੂੰ ਸਾਫ਼ ਕਰਕੇ ਤੇ ਕੋਈ ਅੰਮ੍ਰਿਤ ਵਿੱਚ ਪਾਈਏ। ਗੁਰੂ ਦੀ ਬਾਣੀ ਅੰਮ੍ਰਿਤ ਹੈ, ਇਹ ਤਾਂ ਹੀ ਟਿਕੇਗੀ ਜੇ ਇਹਨੂੰ ਭਾਂਡੇ ਨੂੰ ਸੰਸਾਰਕ ਗੱਲਾਂ ਤੋਂ ਮੁਕਤ ਕੀਤਾ ਜਾਏ, ਖਾਲੀ ਕੀਤਾ ਜਾਏ। ਤੇ ਕਿਸੇ ਭਾਂਡੇ ਵਿੱਚ ਤਾਂ ਹੀ ਕੋਈ ਦੂਜੀ ਸ਼ੈ ਪਾ ਸਕਦੀ ਜੇ ਦੂਜੀ ਹੋਵੇ ਪਾਸ। ਪਹਿਲੀ ਜਿਹੜੀ ਪਾਈ ਹੋਈ ਹੈ ਉਹਨੂੰ ਸਾਫ਼ ਕਰ ਲਈਏ ਤਾਂ ਹੀ ਕੋਈ ਹੋਰ ਸ਼ੈ ਪੈ ਸਕਦੀ। ਫਿਰ ਨਾਲ ਹੀ ਗੁਰੂ ਸਾਹਿਬ ਕਹਿੰਦੇ ਨੇ ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ। ਕਰਮ ਤੋਂ ਭਾਵ ਹੈ ਦਿਨਚਰਿਆ ਦੀ ਕਾਰ ਵਿਹਾਰ ਕਰਨਾ, ਜੋ ਕਿਰਤਕਾਰ ਕਰਦੇ ਹਾਂ ਅਸੀਂ। ਸਮਾਇਣ ਤੋਂ ਭਾਵ ਹੈ ਜਾਗ ਲਾਉਣਾ। ਨਿਰਾਸ਼ ਤੋਂ ਭਾਵ ਹੈ ਦੁਨੀਆ ਦੀਆਂ ਆਸਾਂ ਤੋਂ ਨਿਰਲੇਪ ਰਹਿਣਾ, ਭਾਵ ਆਸ ਨਾ ਰੱਖਣੀ, ਕਿਰਤ ਕਰਨੀ ਪਰ ਉਸ ਤੋਂ ਆਸ ਨਾ ਰੱਖੀ ਮੈਨੂੰ ਇਹਦੇ ਬਦਲੇ ਰੱਬਾ ਆ ਦੇ, ਰੱਬਾ ਮੈਂ ਅਖੰਡ ਪਾਠ ਕਰਾਵਾਂਗਾ ਤੇ ਮੈਨੂੰ ਆਸ਼ਾ ਦੇ ਮੈਂ ਅਖੰਡ ਪਾਠ ਕਰਾਵਾਂਗਾ, ਨਹੀਂ ਤੇ ਨਹੀਂ। ਹੱਦ ਹੋ ਗਈ। ਸੌਦਾ ਕਰਨਿਆ ਉਸ ਪਰਮੇਸ਼ਰ ਨੂੰ। ਕਹਿੰਦੇ ਨੇ ਰੋਜ਼ਾਨਾ ਦੀ ਕਿਰਤਕਾਰ ਤੇਰਾ ਦੁੱਧ ਹੈ ਜਿਹੜਾ ਤੂੰ ਆਪਣੇ ਭਾਂਡੇ 'ਚ ਪਾਣਾ ਹੈ। ਪ੍ਰਭੂ ਚਰਨਾਂ ਵਿੱਚ ਹਰ ਵੇਲੇ ਸੁਰਤ ਜੋੜਨੀ, ਤੇਰਾ ਇਹ ਖੱਟਾ ਲਾਣਾ ਹੈ, ਜਾਗ ਲਾਉਣਾ ਹੈ। ਰੋਜ਼ਾਨਾ ਕਿਰਤਕਾਰ ਵਿੱਚ ਜਾਗ ਲਾਣੀ ਹੈ। ਇਹ ਸੁਰਤ ਜੋੜ ਤੇ ਤੇਰਾ ਦਹੀਂ ਤਾਂ ਜੰਮੇਗਾ। ਫਿਰ ਕਹਿੰਦੇ ਨੇ ਜੁੜੀ ਹੋਈ ਸੁਰਤ ਦੀ ਬਰਕਤ ਨਾਲ ਦੁਨੀਆ ਦੀਆਂ ਆਸਾਂ ਤੋਂ ਉਤਾਂ ਉੱਠ। ਦੁਨੀਆ ਦੀਆਂ ਆਸਾਂ ਤੋਂ ਉਤਾਂ ਉੱਠ। ਆਪਣੀ ਸੁਰਤ ਨੂੰ ਆਸਾਂ ਜਿਹੜੀਆਂ ਕਰਨਾ ਹੈ ਨਾ ਸੰਸਾਰ ਦੀਆਂ, ਇਹਨਾਂ ਤੋਂ ਉਤਾਂ ਉੱਠ ਜਾ। ਤ੍ਰੈ ਗੁਣੀ ਮਾਇਆ ਤੋਂ ਆਪਣੀ ਸੁਰਤ ਨੂੰ ਉੱਪਰ ਲੈ ਜਾ। ਸੰਸਾਰ ਨਾ ਮੰਗ, ਨਿਰੰਕਾਰ ਮੰਗ।
ਉਸ ਨਿਰੰਕਾਰ ਨੂੰ ਮੰਗ, ਤੇ ਫਿਰ ਕੀ ਹੋਏਗਾ? ਇਸ ਤਰ੍ਹਾਂ ਕਰਨ ਨਾਲ ਇਹ ਦੁੱਧ ਜਮਾਓ ਆਪਣੇ ਭਾਂਡੇ ਵਿੱਚ, ਸੁਰਤ ਰੂਪ ਭਾਂਡੇ ਵਿੱਚ, ਦਿਮਾਗ ਰੂਪ ਭਾਂਡੇ ਵਿੱਚ। ਫਿਰ ਜਦੋਂ ਸੁਰਤ ਜੁੜ ਜਾਏ ਤੁਹਾਡੀ, ਸੁਰਤ ਜੁੜਨ ਦੇ ਨਾਲ, ਸੁਰਤ ਜੁੜਨ ਦੀ ਸਹਾਇਤਾ ਦੇ ਨਾਲ ਰੋਜ਼ਾਨਾ ਕਿਰਤਕਾਰ ਕਰਦਿਆਂ ਵੀ ਮਾਇਆ ਵੱਲੋਂ ਉਪਰਾਮਤਾ ਜਹੀ ਹੋ ਜਾਏਗੀ। ਤੁਹਾਡਾ ਮਨ ਮਾਇਆ ਨਹੀਂ ਮੰਗੇਗਾ। ਜੇ ਤੁਹਾਡੀ ਸੁਰਤ ਜੁੜ ਜਾਏ ਉਸ ਪਰਮੇਸ਼ਰ ਦੇ ਨਾਲ, ਉਸ ਪਿਆਰੇ ਦੇ ਨਾਲ, ਫਿਰ ਮਨ ਨਿਰੰਕਾਰ ਮੰਗੇਗਾ, ਸੰਸਾਰ ਨਹੀਂ ਮੰਗੇਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਇਸ ਅਵਸਥਾ ਨੂੰ ਹਾਸਲ ਕਰਨ ਵਾਸਤੇ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਰਹਾਉ ਦੇ ਬੰਦ ਵਿੱਚ ਗੁਰੂ ਸਾਹਿਬ ਮੂਲ ਭਾਵ ਹੁੰਦਾ ਹੈ। ਕਹਿੰਦੇ ਨੇ, ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ, ਜੇ ਤੂੰ ਪ੍ਰਭੂ ਨੂੰ ਪਾਉਣਾ ਚਾਹੁੰਦਾ ਹੈ ਮਨਾ, ਤਾਂ ਉਸ ਪਰਮਾਤਮਾ ਦਾ ਨਾਮ ਸਿਮਰ, ਪ੍ਰਭੂ ਦੇ ਨਾਮ ਨੂੰ ਜਪੋ, ਸਮਝੋ, ਬਾਰ-ਬਾਰ ਕਿਰਤਕਾਰ ਵਿੱਚ ਲਿਆਓ। ਪ੍ਰਭੂ ਦੀ ਰਜ਼ਾ ਅਨੁਸਾਰ ਪ੍ਰਭੂ ਦੇ ਗੁਣ ਹਾਸਲ ਕਰੋ। ਜੇ ਤੁਸੀਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ, ਤੇ ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਸਾਰੇ ਉਦਮ ਵਿਅਰਥ ਹਨ। ਅਵਰ ਮੈਨਾ ਹੋਰ, ਉਸ ਇੱਕ ਨੂੰ ਛੱਡ ਕੇ ਹੋਰ ਕੰਮ ਉਹ ਨਿਫਲ ਹਨ। ਭਾਵ ਮਾਇਆ ਵਾਲੇ ਕੰਮ ਸਾਰੇ ਨਿਫਲ ਹਨ। ਕਿ ਮਾਇਆ ਵਾਲੇ ਜਿਹੜੇ ਕੰਮ ਹਨ, ਇਹ ਮਾਇਆ ਸੰਸਾਰ 'ਤੇ ਜਿਹੜੀ ਹੈ ਇਹ ਖੋਹ ਲਈ ਜਾਂਦੀ ਹੈ। ਇਹ ਇਸ ਬੰਦੇ ਕੋਲੋਂ ਜਿੰਨੇ ਵੀ ਕਮਾ ਕੇ ਧਰਦਾ ਹੈ, ਇਹਦੇ ਪੁੱਤਰਾਂ ਦੀ ਹੋ ਜਾਂਦੀ ਹੈ ਜਾਂ ਕਿਸੇ ਹੋਰ ਦੀ ਹੋ ਜਾਂਦੀ ਹੈ। ਇਹ ਨਾਲ ਜਿੰਦ ਦੇ ਨਾਲ ਨਹੀਂ ਜਾਂਦੀ। ਇਹ ਨਿਸ਼ਫਲ ਹੈ, ਜਿੰਦ ਦੇ ਸਹਾਇਕ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਬੋਲੋ, ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਰਹਾਉ ਦੇ ਪਦੇ ਦਾ ਬੰਦ ਹੈ ਇਹ, ਜਿਹਦੇ ਵਿੱਚ ਮੂਲ ਭਾਵ ਹੁੰਦਾ ਹੈ। ਤੇ ਨਾਲ ਹੀ ਗੁਰੂ ਸਾਹਿਬ ਸਮਝਾਉਣਾ ਕਰਦੇ ਹਨ, ਭਾਈ ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨ ਆਵੈ। ਇਹ ਮਨ, ਹੁਣ ਤੁਸੀਂ ਪੁਰਾਣੇ ਜਿਹੜੇ ਬੰਦੇ ਨੇ ਜੋ ਮੇਰੀ ਉਮਰ ਦੇ ਹਨ, ਉਹਨਾਂ ਨੂੰ ਪਤਾ ਹੈ ਸਵਾਣੀਆਂ ਦੁੱਧ ਰਿੜਕਦੀਆਂ ਸਨ, ਤੇ ਨੇਤਰਾ ਜਿਹੜਾ ਹੁੰਦਾ ਸੀ ਮਧਾਣੀ ਦੇ ਨਾਲ ਲਪੇਟਿਆ ਰੱਸਾ, ਉਸ ਨੂੰ ਸਿਰੇ 'ਤੇ ਜਾ ਕੇ ਇੱਟੀ ਲੱਕੜ ਦੀ ਬਣਾ ਕੇ ਉਹ ਸਿਰੇ 'ਤੇ ਬੱਧੀ ਹੁੰਦੀ ਸੀ ਰੱਸੀ ਨੂੰ, ਔਰ ਉਸ ਇੱਟੀ ਨੂੰ ਮੁੱਠ ਦੇ ਵਿੱਚ ਚੰਗੀ ਤਰ੍ਹਾਂ ਕੱਸ ਕੇ ਉਹ ਸਵਾਣੀ ਫੜ ਲੈਂਦੀ ਸੀ, ਇੱਕ ਹੱਥ 'ਚ ਇੱਧਰ ਇੱਕ ਹੱਥ 'ਚ ਇੱਧਰ। ਜਦੋਂ ਉਹ ਇੱਟੀ ਹੱਥ 'ਚ ਆ ਜਾਂਦੀ ਸੀ ਨਾ, ਤੇ ਫਿਰ ਨੇਤਰਾ ਛੁੱਟਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਨਾ ਤਿਲਕਣ ਦਾ ਨਾ ਛੁੱਟਣ ਦਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਿਵੇਂ ਇੱਟੀਆਂ ਨੂੰ ਮੁੱਠ 'ਚ ਫੜ ਲੈਂਦੇ ਹੋ, ਇਸ ਤਰ੍ਹਾਂ ਮਨ ਨੂੰ ਕਾਬੂ ਕਰ ਲਓ। ਆਪਣੇ ਮਨ ਨੂੰ ਇੱਟੀ ਵਾਂਗੂ ਚੰਗੀ ਤਰ੍ਹਾਂ ਕਸ ਕੇ ਪੜ ਲਓ। ਫੁਰ ਨੇਤਰੋ ਨੀਂਦ ਬਾਤ ਕਰੋ, ਫੁਰ ਨੇਤਰੋ ਨੀਂਦ ਨਾ ਆਵੇ, ਤੁਹਾਨੂੰ ਆਲਸ ਨਹੀਂ ਆਏਗਾ। ਦੁੱਧ ਰਿੜਕਣ ਵੇਲੇ ਤੁਸੀਂ ਨੇਤਰੇ ਦੀਆਂ ਇੱਟੀਆਂ ਹੱਥ 'ਚ ਫੜਦੇ ਹੋ, ਤੇ ਆਪਣੇ ਇਸ ਮਨ ਨੂੰ ਵਸ ਕਰੋ ਉਹਨਾਂ ਇੱਟੀਆਂ ਵਾਂਗ। ਆਤਮਿਕ ਜੀਵਨ ਵਾਸਤੇ ਇਸ ਤਰ੍ਹਾਂ ਕਰੋਗੇ ਤਾਂ ਇਹ ਮਨ ਰੂਪ ਜਿਹੜੀਆਂ ਇੱਟੀਆਂ ਹਨ, ਹੱਥ 'ਚ ਫੜ ਕੇ ਰੱਖੋ, ਕਾਬੂ ਰਹੇਗਾ ਮਨ। ਇਹਨੂੰ ਹੱਥ 'ਚ ਫੜ ਕੇ ਰੱਖੋ, ਭਾਵ ਇਹਨੂੰ ਬਾਹਰ ਨਾ ਜਾਣ ਦਿਓ, ਕਿਉਂਕਿ ਮਨ ਮਾਇਆ ਤੋਂ ਬਣਿਆ ਹੈ ਤੇ ਮਾਇਆ ਵਾਲੀ ਦੌੜ ਭੱਜ ਕਰਦਾ ਹੈ।
ਇਸ ਕਰਕੇ ਮਨ ਨੂੰ ਬਾਹਰ ਮੁਖੀ ਨਾ ਹੋਣ ਦਿਓ, ਅੰਦਰ ਆਪਣੇ ਅੰਦਰ ਹੀ ਪਕੜ ਕੇ ਰੱਖੋ। ਮਾਇਆ ਦੇ ਮੋਹ ਦੀ ਨੀਂਦ ਤੁਹਾਡੇ ਉੱਤੇ ਪ੍ਰਭਾਵ ਨਹੀਂ ਪਾਏਗੀ, ਮਾਇਆ ਪ੍ਰਭਾਵ ਨਹੀਂ ਪਾ ਸਕੇਗੀ ਜੇ ਮਨ ਨੂੰ ਕਾਬੂ ਰੱਖੋਗੇ। ਫਿਰ ਕਹਿੰਦੇ ਨੇ ਰਸਨਾ ਨਾਮ ਜਪੋ ਤਬ ਮਥਿਐ, ਇਨ ਬਿਦ ਅੰਮ੍ਰਿਤ ਪਾਵੋ। ਹੁਣ ਕਹਿੰਦੇ ਨੇ ਜੀਭ ਨਾਲ ਪਰਮਾਤਮਾ ਦਾ ਨਾਮ ਜਪੋ, ਮਨ ਨੂੰ ਕਾਬੂ ਕਰਕੇ ਰੱਖੋ, ਵਿਕਾਰਾਂ ਵਾਲੇ ਪਾਸੇ ਨਾ ਜਾਣ ਦਿਓ, ਤੁਹਾਡਾ ਮਨ ਸਾਫ ਸੁਥਰਾ ਹੋ ਜਾਏਗਾ। ਤੇ ਫਿਰ ਪਰਮਾਤਮਾ ਦਾ ਨਾਮ ਜਪੋ ਜੀਵ ਨਾਲ। ਜਿਉਂ-ਜਿਉਂ ਨਾਮ ਜਪੋਗੇ ਜੀਵਨ ਵਿੱਚ, ਤਿਉਂ ਇਹ ਰੋਜ਼ਾਨਾ ਕਿਰਤਕਾਰ ਰੂਪ ਦੁੱਧ ਜਿਹੜਾ ਤੁਹਾਡਾ ਇਹ ਰਿੜਕੀਂਦਾ ਰਹੇਗਾ, ਰੋਜ਼ ਰਿੜਕੀਂਦਾ ਰਹੇਗਾ, ਰੋਜ਼ ਅੰਮ੍ਰਿਤ ਚੋਏਗਾ, ਮੱਖਣ ਬਣੇਗਾ, ਰੋਜ਼ ਮਿਲਾਪ ਹੋਏਗਾ ਉਸ ਪਰਮੇਸ਼ਰ ਨਾਲ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਤਰੀਕਿਆਂ ਨਾਲ ਰੋਜ਼ਾਨਾ ਕਿਰਤਕਾਰ ਕਰਦੇ ਹੋਏ ਨਾਮ ਅੰਮ੍ਰਿਤ ਪ੍ਰਾਪਤ ਕਰ ਲਓਗੇ। ਇਸ ਤਰੀਕੇ ਨਾਲ ਹੁਣ ਗੁਰੂ ਸਾਹਿਬ ਨੇ ਸਾਰਾ ਤਰੀਕਾ ਸਮਝਾ ਦਿੱਤਾ ਸਾਨੂੰ। ਗੁਰੂ ਸਾਹਿਬ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਬਈ ਕਿਸ ਤਰ੍ਹਾਂ ਉਹ ਪਰਮੇਸ਼ਰ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਤੱਤ ਨੂੰ ਹਾਸਲ ਕਰਨਾ ਹੈ, ਮੱਖਣ ਨੂੰ ਹਾਸਲ ਕਰਨਾ ਹੈ। ਤੇ ਉਹ ਤਰੀਕਾ ਤੁਹਾਡੇ ਸਾਹਮਣੇ ਗੁਰੂ ਸਾਹਿਬ ਨੇ ਸਾਡੇ ਰੱਖ ਦਿੱਤਾ ਹੈ। ਤੋ ਇਹ ਹੁਣ ਸਾਡੀ ਮਰਜ਼ੀ ਹੈ ਕਿ ਅਸੀਂ ਉਹ ਨਾਮ ਕਮਾਉਣਾ ਹੈ ਜਾਂ ਨਹੀਂ ਕਮਾਉਣਾ। ਤੀਜੇ ਪਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੇ। ਹੁਣ ਕਹਿੰਦੇ ਨੇ ਪੁਜਾਰੀ ਮੂਰਤੀ ਨੂੰ ਡੱਬੇ ਵਿੱਚ ਪਾਉਂਦਾ, ਇੱਕ ਡੱਬਾ ਬਣਾ ਕੇ ਰੱਖਿਆ ਹੁੰਦਾ, ਪੁਜਾਰੀ ਨੇ ਮੂਰਤੀ ਰੱਖਦਾ ਉਹਦੇ ਵਿੱਚ। ਕਹਿੰਦੇ ਨੇ ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਏ, ਡੱਬਾ ਮਨ ਨੂੰ ਬਣਾ ਲਿਆ ਤੇ ਵਿੱਚ ਜਿਹੜਾ ਪਰਮਾਤਮਾ ਨੂੰ ਬਾਦਾ ਹੈ ਮੂਰਤੀ 'ਚ, ਭਾਵ ਪਰਮਾਤਮਾ ਨੂੰ ਨਾ ਭੁੱਲੇ, ਐਸਾ ਕਰਮ ਕਰੇ, ਐਸਾ ਚੇਤਾ ਕਰੇ ਪਰਮੇਸ਼ਰ ਨੂੰ ਹਮੇਸ਼ਾ ਯਾਦ ਕਰੇ, ਪਰਮੇਸ਼ਰ ਨੂੰ ਹਰ ਟਾਈਮ ਚੇਤੇ ਰੱਖੇ, ਡੱਬਾ ਬਣਾ ਲਵੇ ਤੇ ਉਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਰੱਖੇ। ਤੇ ਉਸ ਨਾਮ ਦੀ ਰਾਹੀਂ ਸਾਧ ਸੰਗਤ ਸਰੋਵਰ, ਸਤ ਸਰ ਨਾਵਣ, ਸੱਚ ਦਾ ਘਰ, ਸੱਚ ਦਾ ਸਰੋਵਰ ਭਾਵ ਸਾਧ ਸੰਗਤ, ਉਹਦੇ 'ਚ ਇਸ਼ਨਾਨ ਕਰੇ ਮਨ ਦਾ, ਉਹਦੇ ਵਿੱਚ ਇਸ਼ਨਾਨ ਕਰੇ ਮਨ, ਤੇ ਮਨ ਵਿੱਚ ਟਿਕੇ ਹੋਏ ਪ੍ਰਭੂ ਠਾਕੁਰ ਨੂੰ ਸ਼ਰਧਾ ਦੇ ਪਾਤਰ ਨਾਲ ਪ੍ਰਸੰਨ ਕਰੇ, ਭਾਵਨ ਪਾਤੀ ਤ੍ਰਿਪਤ ਕਰੇ। ਦੇਖੋ ਸ਼ਰਧਾ ਇੱਕ ਐਸੀ ਹੈ, ਜੇ ਸ਼ਰਧਾ ਦੇ ਨਾਲ ਉਸ ਪਰਮੇਸ਼ਰ ਨੂੰ, ਉਸ ਦੀ ਬਾਣੀ ਨੂੰ, ਗੁਰੂ ਦੀ ਬਾਣੀ ਨੂੰ ਵਿਚਾਰ ਕੇ ਸਮਝ ਕੇ ਅਕਲ ਹਾਸਲ ਕੀਤੀ ਜਾਏ ਸ਼ਰਧਾ ਦੇ ਨਾਲ, ਤੇ ਬੰਦੇ ਦਾ ਕਪਾਟ ਖੁੱਲ੍ਹ ਜਾਂਦੇ ਹਨ, ਦਸਮ ਦੁਆਰ ਖੁੱਲ੍ਹ, ਅਕਲ ਆ ਜਾਂਦੀ ਹੈ, ਵਿਵੇਕ ਬੁੱਧ ਹੋ ਜਾਂਦਾ ਹੈ। ਪਰ ਜੇ ਸ਼ਰਧਾ ਅੰਨੀ ਹੋਵੇ ਤੇ ਉਹ ਡੱਠੇ ਖੂਜ ਪੈ ਜਾਂਦਾ, ਫਿਰ ਉਹ ਸਾਰੀ ਉਮਰ ਉਹ ਸ਼ਰਧਾ, ਅੰਨੀ ਸ਼ਰਧਾ ਦੇ ਮੁਤਾਬਕ ਉਹ ਵਿਕਾਰਾਂ 'ਚ ਹੀ ਫਸਿਆ ਰਹਿੰਦਾ ਹੈ, ਸੰਸਾਰ ਦੇ ਵਿੱਚੋਂ ਨਿਕਲ ਨਹੀਂ ਸਕਦਾ, ਸਿਰਫ ਦੂਜਿਆਂ ਤੇ ਆਸ ਕਰਦਾ, ਰੱਬ ਮਿਹਰ ਕਰੋ, ਬਾਬਾ ਜੀ ਮਿਹਰ ਕਰੋ, ਸੰਤ ਜੀ ਮਿਹਰ ਕਰੋ। ਉਹ ਭਲਿਆ ਇਹ ਮਿਹਰ ਤੇ ਤੇਰੇ ਤੇ ਕੀਤੀ ਹੋਈ ਪਰਮੇਸ਼ਰ ਨੇ, ਤੂੰ ਆਪ ਕਰ। ਹੁਣ ਤੂੰ ਇਸ ਗੱਲ ਦੀ ਸੋਝੀ ਨਹੀਂ ਪੈਂਦੀ। ਸੋ ਗੁਰੂ ਸਾਹਿਬ ਨੇ ਬੜੇ ਤਰੀਕੇ ਨਾਲ ਸਮਝਾਇਆ ਹੈ ਕਿ ਸ਼ਰਧਾ ਦੇ ਪਾਤਰ ਉਹ ਪ੍ਰਭੂ ਠਾਕੁਰ ਜਿਹੜਾ ਮਨ ਵਿੱਚ ਬੈਠਾ ਹੈ, ਉਹ ਸ਼ਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੋ, ਸ਼ਰਧਾ ਭਾਵ ਉਹਦੇ ਗੁਣ ਗਾਓ, ਪ੍ਰਭੂ ਦੇ ਗੁਣ ਆਪਣੇ ਅੰਦਰ ਧਾਰਨ ਕਰੋ।
पूजा प्राण सेवक जे सेवे, इन बिद साहिब रवत रहै। ਹੁਣ ਕਹਿੰਦੇ ਨੇ ਪੂਜਾ ਪ੍ਰਾਣ, ਪ੍ਰਾਣਾ ਪਯੰਤ ਪੂਜਾ ਕਰੇ, ਭਾਵ ਆਪਾ ਵਾਰੇ। ਆਪਣਤ ਛੱਡੇ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਗੁਰੂ ਸਾਹਿਬ ਅੱਗੇ ਇਹੀ ਉਹ ਪਰਮੇਸ਼ਰ ਅੱਗੇ ਜੋਦੜੀ ਕਰੇ ਕਿ ਰੱਬਾ ਜੋ ਤੂੰ ਕਰਾ ਰਿਹਾ ਹੈ ਸੱਤ ਹੈ, ਜੋ ਤੂੰ ਕਰਾਏ ਭਲਾ ਹੈ, ਜੋ ਇਹ ਮੈਂ ਕਰਦਾ ਮੈਂ ਨਹੀਂ ਕਰਦਾ, ਇਹ ਤੂੰ ਕਰਾ ਰਿਹਾ ਮੇਰੇ। ਜੇ ਕੋਈ ਚੰਗਾ ਕੰਮ ਕੀਤਾ ਹੈ ਤੇ ਇਹ ਆਖ ਕੇ ਮੈਂ ਨਹੀਂ ਕੀਤਾ ਰੱਬਾ ਤੂੰ ਮੇਰੇ ਤੋਂ ਕਰਾਇਆ ਹੈ, ਮੈਂ ਕਿੱਥੇ ਕਰਨ ਜੋਗਾ। ਜੇ ਜੀਵ ਸੇਵਕ ਬਣ ਕੇ ਆਪਾ ਭਾਵ ਛੱਡਦਾ ਬਈ ਮੇਰਾ ਕੁਛ ਨਹੀਂ, ਇਹ ਪ੍ਰਭੂ ਸਭ ਕੁਝ, ਜਿੰਦ ਵੀ ਤੇਰੀ ਦਿੱਤੀ ਹੈ, ਸਰੀਰ ਵੀ ਤੇਰਾ ਦਿੱਤਾ ਹੈ, ਧੀਆਂ ਪੁੱਤਰ ਨੇ ਇਹ ਵੀ ਦਿੱਤੇ ਤੇਰੇ ਹਨ, ਜਾਇਦਾਦਾਂ ਕਾਰਾਂ ਫੈਕਟਰੀਆਂ ਸਭ ਕੁਝ ਤੂੰ ਦਿੱਤਾ ਹੈ, ਤੇ ਮੇਰਾ ਕੀ ਹੈ। ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਤੇ ਅੰਦਰ ਦੇ ਵਸੇ ਵਸਦੇ ਠਾਕੁਰ ਪ੍ਰਭੂ ਦੀ ਸੇਵਾ ਸਿਮਰਨ ਕਰ, ਭਾਵ ਉਹਦੇ ਰਜਾ ਵਿੱਚ ਜੀਵਨ ਜਿਉਣਾ ਸ਼ੁਰੂ ਕਰ। ਤਾਂ ਇਹਨਾਂ ਤਰੀਕਿਆਂ ਨਾਲ ਜੇ ਇਸ ਤਰੀਕੇ ਨਾਲ ਜਵੇਂਗਾ, ਉਹ ਜੀਵ ਮਾਲਕ ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ। ਇਸ ਤਰੀਕੇ ਨਾਲ ਜੀਵਿਆਂ ਉਸ ਜੀਵ ਦੀ ਸੁਰਤ ਜਿਹੜੀ ਹੈ ਮਾਲਕ ਪ੍ਰਭੂ ਦੇ ਨਾਲ ਜੁੜੀ ਰਹਿੰਦੀ ਹੈ। ਉਹ ਜੀਵ ਉਹ ਹਮੇਸ਼ਾ ਉਸ ਪ੍ਰਭੂ ਨੂੰ ਅੰਗ ਸੰਗ ਸਮਝਦਾ ਹੈ। ਸਤਿਗੁਰ ਸੰਗ ਸਦਾ ਹੈ, ਨਾਲ ਉਹ ਮੰਨਦਾ ਹੈ। ਤੇ ਜਦੋਂ ਸਤਿਗੁਰ ਸੰਗ ਹੋਵੇ ਤੇ ਰੱਖਿਅਕ ਵੀ ਉਹ ਹੁੰਦਾ ਹੈ, ਤੇ ਉਹ ਬਚਾਉਣ ਵਾਲਾ ਵੀ ਉਹ ਹੀ ਹੁੰਦਾ ਹੈ। ਤੇ ਫਿਰ ਉਹ ਬੰਦਾ ਕੋਈ ਵਿਕਾਰ ਵੀ ਨਹੀਂ ਕਰ ਸਕਦਾ, ਕਿਉਂਕਿ ਪ੍ਰਭੂ ਵਹਿੰਦਾ ਹੈ, ਨਾਲ ਹੈ ਉਹਦੇ। ਤੇ ਜਿਹੜਾ ਮਨਮੁਖ ਹੈ ਉਹ ਮੇਰੇ ਵਰਗਾ, ਉਹ ਕਹਿੰਦਾ ਦੂਰ ਹੈ, ਉਹ ਤਾਂ ਹੱਥ ਕਰਕੇ ਆਉਂਦਾ ਹੈ। ਜਿਨ੍ਹਾਂ ਦੇ ਦੂਰ ਹੈ ਉਹ ਵਿਕਾਰ ਕਰਦੇ ਨੇ, ਜਿਨ੍ਹਾਂ ਦੇ ਨੇੜੇ ਹੈ ਉਹ ਨਿਰੰਕਾਰ ਨੂੰ ਜਪਦੇ। ਅਗਲੇ ਪਦੇ ਵਿੱਚ ਗੁਰੂ ਸਾਹਿਬ ਸਮਝਾਉਣਾ ਕਰਦੇ ਹਨ ਕਿ ਕਹਿੰਦੇ ਕਹੈ ਕਹਿ ਕਹਿ ਜਾਵੈ, ਤੁਮ ਸਰ ਅਵਰ ਨਾ ਕੋਈ, ਭਗਤ ਹੇਣ ਨਾਨਕ ਜਨ ਜੰਪੈ, ਹਉਸਾ ਲਾਹੀ ਸੱਚਾ ਸੋਈ। ਕਹਿੰਦੇ ਕਹਿਣ ਵਾਲੇ ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਉਦਮ ਦੱਸਣ ਵਾਲੇ ਜਿਹੜੇ ਹਨ, ਮਾਇਆ ਦੇ ਨਾਲ ਜੁੜੇ ਹੋਏ ਜਿਹੜੇ ਕਹਿੰਦੇ ਹਨ ਪਰਮਾਤਮਾ ਪਾ ਲਾਂਗੇ, ਭਾਵ ਧਨ ਦੌਲਤ ਦੇ ਆਸਰੇ ਮੈਂ ਇੰਨਾ ਦਾਨ ਕਰਨਾ ਵਾ, ਮੈਂ ਇੰਨਾ ਦਾਨ ਕਰਨਾ, ਇਸ ਤਰ੍ਹਾਂ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇਣਾ ਪੈਂਦਾ ਹੈ, ਆਪਾ ਭਾਵ ਤਿਆਗਣਾ ਪੈਂਦਾ ਹੈ, ਇਹ ਪਰਮਾਤਮਾ ਨੂੰ ਮਿਲਣ ਵਾਸਤੇ। ਤੋ ਕਹਿੰਦੇ ਨੇ ਕੋਈ ਹੋਰ ਉਦਮ ਨਾਲ ਜਿਹੜੇ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਕਹਿ ਕਹਿ ਉਹ ਦੱਸ ਕੇ, ਉਹ ਦੱਸਣ ਵਾਲੇ ਬੰਦੇ ਜੋ ਵੀ ਹੋਰ ਉਦਮ ਦੱਸਦੇ ਹਨ, ਉਹ ਦੱਸ ਕੇ ਚਲੇ ਜਾਂਦੇ ਹਨ, ਆਪਣਾ ਜੀਵਨ ਸਮਾਂ ਵਿਅਰਥ ਗਵਾ ਲੈਂਦੇ ਹਨ। ਬਸ ਸਾਰੀ ਉਮਰ ਕਹਿੰਦੇ ਰਹੇ। ਤੇ ਕਿਉਂਕਿ ਹੇ ਪ੍ਰਭੂ ਤੇਰੇ ਸਿਮਰਨ ਵਰਗਾ ਹੋਰ ਕੋਈ ਉਦਮ ਨਹੀਂ, ਤੇਰਾ ਸਿਮਰਨ ਹੀ ਸਭ ਤੋਂ ਬੈਸਟ ਤਰੀਕਾ ਹੈ, ਸਭ ਤੋਂ ਵਧੀਆ ਤਰੀਕਾ ਹੈ। ਭਗਤ ਹੀਣ ਨਾਨਕ ਜਨ ਜੰਪੈ, ਹਉਸਾ ਲਾਹੀ ਸੱਚਾ ਸੋਈ। ਹੁਣ ਕਹਿੰਦੇ ਹਨ ਭਾਵੇਂ ਨਾਨਕ ਤੇਰਾ ਦਾਸ ਭਗਤੀ ਤੋਂ ਸਖਣਾ, ਭਗਤੀ ਤੋਂ ਸਖਣਾ ਹੈ ਭਾਵੇਂ, ਤਾਂ ਹੀ ਫਿਰ ਵੀ ਇਹ ਇਹੀ ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਾਂ। ਭਾਵੇਂ ਨਾ ਭਗਤੀ ਮੈਂ ਨਹੀਂ ਕਰ ਸਕਿਆ, ਭਾਵੇਂ ਤੇਰਾ ਨਾਮ ਨਹੀਂ ਜਪ ਸਕਿਆ, ਫਿਰ ਵੀ ਮੇਰਾ ਮਨ ਲੋਚਦਾ ਹੈ ਕਿ ਮੈਂ ਤੇਰਾ ਨਾਮ ਯਾਦ ਕਰਦਾ ਰਹਾਂ,
ਤੇਰੀ ਸਿਫਤ ਸਲਾਹ ਦੇ ਨਾਲ ਜੁੜਿਆ ਰਵਾਂ। ਮੇਰੀ ਇਹ ਅਰਜ਼ੋਈ ਹੈ, ਮੇਰੀ ਇਹ ਬੇਨਤੀ ਹੈ। ਸੋ ਅਖੀਰਲੀਆਂ ਪੰਕਤੀਆਂ ਦੁਬਾਰਾ ਰਿਪੀਟ ਕਰਦੇ ਹਾਂ। ਕਹਿੰਦੇ ਕਹਿ ਕਹਿ ਜਾਵੇਂ ਤੁਮ ਸਰ ਅਵਰ ਨਾ ਕੋਈ, ਭਗਤ ਹੀਣ ਨਾਨਕ ਜਨ ਜਮ ਪੈ, ਹਉਸਾ ਲਾਹੇ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਸੋਹੀ ਮਹਿਲਾ ਪਹਿਲਾ ਘਰ ਛੇਵਾਂ। ਉਜਲ ਕੇਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨ ਉਤਰੈ, ਜੇ ਸੋ ਧੋਵਾਂ ਤਿਸ। ਸੱਜਣ ਸੇ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਰਹਾ ਕੋਠੇ ਮੰਡਪ ਮਾੜੀਆਂ, ਪਾਸੋਂ ਚਿਤਵੀਆਂ, ਟੱਟਿਆਂ ਕੰਮ ਨਾ ਆਵਣੀ, ਵਿੱਚੋਂ ਸਖਣੀਆਂ। ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵੜੇ, ਬੱਗੇ ਨਾ ਕਹੀ ਜਨ। ਸਿੰਬਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ, ਸੇ ਫਲ ਕੰਮ ਨਾ ਆਵਣੀ, ਤੇ ਗੁਣ ਮੈਂ ਤਨ ਹਨ। ਅੰਦੁਲੈ ਭਾਰ ਉਠਾਇਆ, ਡੋਗਰ ਵਾਟ ਬਹੁਤ, ਅੱਖੀਂ ਲੋੜੀ ਨਾ ਲਹਾ, ਹਉ ਚੜ ਲੰਘਾ ਕਿਤ। ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੈ ਜਿਤ। ਚਾਕਰੀਆਂ ਚੰਗਿਆਈਆਂ, ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੈ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਦਾ ਲੜੀਵਾਰ ਜੋ ਹੁਕਮ ਆਇਆ ਹੈ ਗੁਰੂ ਸਾਹਿਬ ਦਾ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੋਈ ਰਾਗ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਘਰ ਛੇਵਾਂ ਵਿੱਚ 729 ਅੰਗ ਹੈ,
ਗੁਰੂ ਸਾਹਿਬ ਛੋਟਾ ਮੂਲ ਮੰਤਰ ਲਿਖ ਕੇ ਸਾਨੂੰ ਸਮਝਾਉਣਾ ਕਰਦੇ ਹਨ। ਅਕਾਲ ਪੁਰਖ ਉਹ ਇੱਕੋ ਹੀ ਹੈ, ਸਭ ਤਰਫ ਪਸਰਿਆ ਹੋਇਆ ਹੈ। ਉਹ ਸਤਿਗੁਰ ਦੀ ਕਿਰਪਾ ਨਾਲ, ਗੁਰੂ ਸ਼ਬਦ ਦੀ ਕਿਰਪਾ ਨਾਲ ਉਹ ਪ੍ਰਾਪਤ ਹੁੰਦਾ ਹੈ। ਉਸ ਨਾਲ ਜਾਣ ਪਛਾਣ ਬਣਦੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਉਜਲ ਕੇਹਾ ਚਿਲਕਣਾ, ਕੋਟਮ ਕਾਲੜੀ ਮਸ। ਹੁਣ ਕਹਿ ਦਾ ਭਾਂਡਾ, ਪੁਰਾਣੇ ਘਰਾਂ ਦੇ ਵਿੱਚ ਪੁਰਾਣੇ ਭਾਂਡੇ ਕਹਿ ਦੇ ਹੁੰਦੇ ਸਨ, ਸਾਰਿਆਂ ਘਰਾਂ 'ਚ ਹੀ। ਲੇਕਿਨ ਉਹਦੇ 'ਚ ਇੱਕ ਔਗਣ ਹੁੰਦਾ ਸੀ, ਉਹਨੂੰ ਜਿੰਨਾ ਰਗੜਦੇ ਹਾਂ ਕਾਲਖ ਨਿਕਲਦੀ। ਕਹਿ ਦੇ ਭਾਂਡੇ ਵਿੱਚ ਕਾਂਸਾ ਕਹਿੰਦੇ ਨੇ, ਮੈਂ ਕਹਿ ਦਾ ਸਾਫ ਤੇ ਲਿਸ਼ਕਵਾਂ ਭਾਂਡਾ ਉਹਦੇ ਵਰਗਾ ਹਾਂ। ਘਸਾਇਆ ਤਾਂ ਇਸ ਵਿੱਚੋਂ ਮਾੜੀ ਮਾੜੀ ਕਾਲੀ ਸ਼ਾਹੀ ਲੱਗ ਗਈ ਹੈ। ਜੇ ਘਸਾਈਏ ਤੇ ਕਾਲੀ ਕਾਲੀ ਸ਼ਾਹੀ ਨਿਕਲਦੀ ਹੈ, ਤੇ ਮੇਰਾ ਵੀ ਇਹ ਕਾਲੀ ਸ਼ਾਹੀ ਵਰਗਾ ਕਹਿੰਦੇ ਭਾਂਡੇ ਵਰਗਾ ਹਾਲ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਸਭਨ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਗੁਰੂ ਸਾਹਿਬ ਸਾਨੂੰ ਸਿਖਾਉਂਦੇ ਨੇ, ਆਪਣੇ ਸਾਰੇ ਗੁਨਾਹ ਕਬੂਲ ਕਰ ਲੈ, ਆਪਣੇ ਗੁਨਾਹ ਨੂੰ ਅਵਗੁਣਾਂ ਨੂੰ ਮੰਨ ਪਹਿਲੋਂ, ਫਿਰ ਮਾਫੀ ਮੰਗ। ਤਾਂ ਗੁਰੂ ਸਾਹਿਬ ਕਹਿੰਦੇ ਹਨ ਇੱਥੇ ਬਈ, ਮੈਂ ਕਹਿੰਦੇ ਭਾਂਡੇ ਵਰਗਾ ਮੇਰੇ ਗੁਣ ਹਨ, ਧੋਤਿਆਂ ਝੂਠ ਨਾ ਉਤਰੇ। ਜੇ 100 ਧੋਵਾਂ ਤਿਸ 100 ਔਂਕੜ ਨਾਲ ਹੈ। ਤਾਂ ਗੁਰੂ ਸਾਹਿਬ ਇਹ ਗਿਣਤੀ ਦਾ 100 ਲਿਖਦੇ ਹਨ। 100 ਵਾਰ ਵੀ ਧੋਈਏ, ਕਹਿੰਦੇ ਭਾਂਡੇ ਨੂੰ ਸਾਫ਼ ਕਰੀਏ, ਉਹਦੀ ਉਹ ਕਾਲਖ ਜਿਹੜੀ ਨਹੀਂ ਜਾਂਦੀ। ਜੇ ਮੈਂ 100 ਵਾਰੀ ਵੀ ਉਸ ਕਹਿੰਦੇ ਭਾਂਡੇ ਨੂੰ ਧੋਵਾਂ, ਸਾਫ਼ ਕਰਾਂ, ਤਾਂ ਬਾਹਰੋਂ ਧੋਣ ਨਾਲ ਉਸਦੀ ਅੰਦਰਲੀ ਜੂਠ ਨਹੀਂ ਜਾਂਦੀ। ਜੋ ਅੰਦਰਲੀ ਕਾਲਖ ਹੈ ਦੂਰ ਨਹੀਂ ਹੋ ਸਕਦੀ, ਕਿਉਂਕਿ ਉਹਦੇ ਅੰਦਰ ਕਾਲਖ ਹੈ। ਜਿੰਨਾ ਵੀ ਧੋਵਾਂਗੇ ਓਨਾ ਉਹ ਕਾਲਖ ਨਿਕਲੇਗੀ, ਜਿੰਨਾ ਮੰਜਾਂਗੇ ਉਨੀ ਕਾਲਖ ਨਿਕਲੇਗੀ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਮੇਰੇ ਅੰਦਰ ਵੀ ਔਗੁਣਾਂ ਨਾਲ ਭਰਿਆ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਮੇਰੇ ਅੰਦਰ ਵੀ ਔਗਣ ਭਰੇ ਪਏ ਹਨ। ਤਾਂ ਨਾਲ ਹੀ ਕਹਿੰਦੇ ਹਨ, ਸੱਜਣ ਸੇ ਨਾਲ, ਸੱਜਣ ਸੇ ਨਾਲ ਮੈਂ, ਚੱਲਦਿਆਂ ਨਾਲ ਚਲਨ। ਮੇਰੇ ਅਸਲ ਮਿੱਤਰ ਸੱਜਣ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ। ਗੁਰੂ ਦੇ ਦਿੱਤੇ ਹੋਏ ਗੁਣ, ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਜੋ ਸਦਾ ਨਾਲ ਨਿਭਦਾ, ਉਹ ਸੱਜਣ ਹੈ। ਗੁਰੂ ਦਾ ਉਪਦੇਸ਼ ਸੱਜਣ ਹੈ। ਇੱਥੋਂ ਤੁਰਨ ਵੇਲੇ ਮੇਰੇ ਨਾਲ ਚੱਲਣ, ਗੁਰੂ ਦਾ ਗੁਣ ਜਿਹੜਾ ਦਿੱਤਾ ਹੋਇਆ ਹੈ, ਗੁਰੂ ਦਾ ਉਪਦੇਸ਼ ਦਿੱਤਾ ਹੋਇਆ ਨਾਲ ਨਿਭਦਾ ਹੈ, ਉਹ ਮੇਰੇ ਸੱਜਣ ਹਨ। ਜਿੱਥੈ ਲੇਖਾ ਮੰਗੀਐ, ਤਿੱਥੈ ਖੜੇ ਦਿਸਨ। ਹੁਣ ਕਹਿੰਦੇ ਨੇ, ਅਗਾਂਹ ਜਿੱਥੇ ਵੀ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ, ਉੱਥੇ ਅਚੱਕ ਹੋ ਕੇ ਹਿਸਾਬ ਦੇ ਸਕਣ ਜਿਹੜੇ ਸੱਜਣ ਹਨ, ਜਿਹੜੇ ਗੁਣ ਹਨ, ਭਾਵ ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣ, ਉਹ ਗੁਣ ਮੈਨੂੰ ਚਾਹੀਦੇ ਹਨ। ਉਹ ਮੈਨੂੰ ਗੁਰੂ ਤੋਂ ਹੀ ਗੁਣ ਮਿਲ ਸਕਦੇ ਹਨ, ਸੱਜਣ ਗੁਣ। ਹੁਣ ਅਗਲੇ ਪਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੋਠੇ ਮੰਡਪ ਮਾੜੀਆਂ, ਪਾਸੋਂ ਚਿਤਵੀਆਂ, ਢੱਠਿਆਂ ਕੰਮ ਨਾ ਆਵਣੀ, ਵਿੱਚੋਂ ਸਖਣੀਆਂ। ਹੁਣ ਕਹਿੰਦੇ ਨੇ, ਜਿਹੜੇ ਘਰ ਇਹ ਮੰਦਰ ਮਹਿਲ ਜਿਹੜੇ ਘਰ ਬਣਾਏ ਹੋਏ ਨੇ, ਕੋਠੀਆਂ ਅੱਜ ਕੱਲ੍ਹ ਕਹਿਣ ਲੱਗ ਪਿਆ ਸੀ, ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਨੇ, ਲਿਸ਼ਕੇ ਹੋਏ ਨੇ, ਬਹੁਤ ਤਰ੍ਹਾਂ ਤਰ੍ਹਾਂ ਦੇ ਰੰਗ ਕੀਤੇ ਹੋਏ ਨੇ, ਚਾਰ ਚੁਫੇਰਿਓਂ
ਪਰ ਕਹਿੰਦੇ ਨੇ ਢੱਠਿਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ। ਪਰ ਅੰਦਰੋਂ ਖਾਲੀ ਹੋਣ ਕਰਕੇ ਉਹ ਟਹਿ ਜਾਂਦੇ ਹਨ ਤੇ ਟੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ। ਹੁਣ ਦੇਖੋ ਤੁਸੀਂ, ਮਕਾਨ ਹੋਵੇ ਵਧੀਆ ਬਣਿਆ ਤੇ ਵਿੱਚ ਕੋਈ ਰਹਿੰਦਾ ਨਾ ਹੋਵੇ, ਉਹ 5-10 ਸਾਲਾਂ 'ਚ ਖੰਡਰ ਬਣ ਜਾਏਗਾ, ਟਹਿ ਕੇ ਢੇਰੀ ਹੋ ਜਾਏਗਾ। ਕਿਉਂਕਿ ਮਕਾਨ ਉਹੀ ਹੈ, ਘਰ ਉਹੀ ਹੈ ਜਿਹਦੇ ਵਿੱਚ ਜੀਅ ਵਸਦੇ ਹੋਣ। ਤੇ ਜਿਸ ਸਰੀਰ ਰੂਪੀ ਮਕਾਨ ਵਿੱਚ ਪ੍ਰਭੂ ਨਹੀਂ ਵਸਦਾ ਨਾ, ਤੇ ਉਹ ਵੀ ਸਵਾ ਵਰਗਾ, ਉਹ ਕਿਸੇ ਕੰਮ ਦਾ ਨਹੀਂ। ਟੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਉਹ ਅੰਦਰੋਂ ਖਾਲੀ ਨੇ, ਪਰਮੇਸ਼ਰ ਦਾ ਵਿੱਚ ਵਾਸਾ ਨਹੀਂ, ਸਿਰਫ ਮਾਇਆ ਧਾਰੀ, ਮਾਇਆ ਨਾਲ ਪਿਆਰ ਹੈ। ਤੇ ਉਸ ਕਰਕੇ ਉਹ ਜਿੰਨ ਦੇ ਕੰਮ ਨਹੀਂ ਆਉਂਦੇ, ਗੁਣ ਮਾਇਆ ਨਾਲ ਜੁੜੇ ਹੋ। ਅਗਲੀ ਗੱਲ ਸਮਝਾਉਣਾ ਕਰਦੇ ਹਨ, ਬੱਗਾਂ ਬੱਗੇ ਕੱਪੜੇ ਤੀਰਤ ਮੰਝ ਵਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ। ਬਗਲਿਆਂ ਦੇ ਚਿੱਟੇ ਕੱਪੜੇ ਹੁੰਦੇ ਹਨ, ਖੰਭ ਪਾ। ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਬੜੇ ਸੋਹਣੇ ਲੱਗਦੇ ਹਨ ਦਿਸਣ 'ਚ। ਵਸਦੇ ਵੀ ਉਹ ਤੀਰਥਾਂ ਦੇ ਉੱਤੇ ਨੇ, ਤੀਰਥ ਸਥਾਨਾਂ ਉੱਤੇ, ਡੱਡੀਆਂ ਮੱਛੀਆਂ ਉੱਥੇ ਵੀ ਖਾਂਦੇ ਨੇ। ਬਗਲੇ ਭਗਤ ਬਣ ਕੇ ਖੜੇ ਹੋ ਜਾਂਦੇ ਨੇ ਪਾਣੀ ਦੇ ਕੰਢੇ ਤੇ। ਜਿਹੜੇ ਮੱਛੀ ਆਉਂਦੀ ਹੈ, ਡੱਡੀ ਆਉਂਦੀ ਹੈ, ਪੱਟ 'ਚ ਬੱਟਾ ਮਾਰਦੇ ਨੇ, ਧੋਖਾ ਦੇ ਕੇ, ਵਸਾ ਕੇ। ਕਹਿੰਦੇ ਨੇ ਪਰ ਉਹਨਾਂ ਦਾ ਕੰਮ ਕੀ ਹੈ? ਘੁੱਟ ਘੁੱਟ ਜੀਆਂ ਖਾਵੜੇ ਬੱਗੇ ਨਾ ਕਹੀਅਨ। ਪਰ ਜੀਆਂ ਨੂੰ ਗਲੋਂ ਕੁੱਟ ਕੇ ਖਾ ਜਾਂਦੇ ਹਨ। ਉਹ ਅੰਦਰੋਂ ਸਾਫ ਸੁਥਰੇ ਨਹੀਂ ਆਖੇ ਜਾ ਸਕਦੇ, ਅੰਦਰੋਂ ਕਾਲੇ ਹਨ, ਬਾਹਰੋਂ ਦਿਸਣ ਨੂੰ ਚਿੱਟੇ। ਉਹਨਾਂ ਦੀ ਨੀਅਤ ਕਾਲੀ ਹੈ, ਉਹਨਾਂ ਦੇ ਕੰਮ ਕਾਲੇ ਹਨ। ਉਹ ਜੀਆਂ ਨੂੰ ਕੁੱਟ ਕੁੱਟ ਖਾਂਦੇ ਹਨ। ਬਗਲੇ ਦੇ ਸੁਭਾਅ ਦੀ ਗੱਲ ਕੀਤੀ। ਸੋ ਇੱਥੇ ਵੀ ਜਿਨ੍ਹਾਂ ਨੇ, ਜਿਹੜੇ ਬਾਹਰੋਂ ਚਿੱਟੇ ਕੱਪੜੇ ਪਾ ਕੇ, ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ, ਜਿਹੜੇ ਬਾਹਰੋਂ ਚਿੱਟੇ ਕੱਪੜੇ ਪਾ ਕੇ ਲਿਸ਼ਕੇ ਪੁਸ਼ਕੇ ਤੇ ਰੱਬ ਚੇਤੇ ਵੀ ਨਹੀਂ, ਉਹ ਫਿਰ ਉਹ ਹਰੀ ਦੇ ਸੰਤ ਨਹੀਂ ਹੈ, ਬਨਾਰਸ ਦੇ ਠੱਗ ਹੀ ਹਨ ਉਸ ਬਗਲੇ ਵਾਂਗ। ਕਹਿੰਦੇ ਹਨ, ਸਿੰਬਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ, ਸੇ ਫਲ ਕੰਮ ਨ ਆਵਣੀ, ਤੇ ਗੁਣ ਮੈਂ ਤਨ ਹਨ। ਵੇਖੋ ਗੁਰੂ ਸਾਹਿਬ ਤੁਲਨਾ ਆਪਣੇ ਆਪ ਦੀ ਸਿੰਬਲ ਰੁੱਖ ਨਾਲ ਕਰਦੇ। ਸਰੀਰ ਮੈਂ, ਮੇਰਾ ਸਰੀਰ, ਮੈਂ ਜਨ ਮੈਂ ਨਾ ਤੋਤਾ ਸਿੰਬਲ ਦੇ ਰੁੱਖ ਤੇ ਆ ਕੇ ਉੱਤੋਂ ਉਡਾਰੀਆਂ ਮਾਰ ਕੇ ਜਾ ਰਿਹਾ ਹੁੰਦਾ ਹੈ। ਜਦੋਂ ਸਿੰਬਲ ਦੇ ਰੁੱਖ ਨੂੰ ਲਾਲ ਲਾਲ ਫੁੱਲ ਸੋਹਣੇ ਲੱਗੇ ਹੁੰਦੇ ਹਨ, ਬੜੇ ਸੋਹਣੇ ਲੱਗਦੇ ਹਨ, ਇੰਝ ਲੱਗਦੇ ਨੇ ਪੱਕੇ ਫਲ ਲੱਗੇ ਨੇ, ਨੀਚੇ ਉਤਰ ਆਉਂਦੇ ਹਨ। ਤੇ ਜੇ ਉਤਰਦੇ ਹਨ ਤੇ ਚੁੰਝ ਮਾਰਦੇ ਹਨ, ਤੇ ਚੁੰਝ ਮਾਰਿਆਂ ਫਿੱਕੇ ਫੁੱਲ ਫਿੱਕੇ, ਫਲ ਪੱਕ ਪੱਕੇ, ਕੰਮ ਨਾ ਆਵੇਂ ਪੱਤ। ਸਿੰਬਲ, ਜਿਵੇਂ ਸਿੰਬਲ ਦਾ ਰੁੱਖ ਹੈ, ਉਸੇ ਤਰ੍ਹਾਂ ਮੇਰਾ ਸਰੀਰ ਹੈ। ਗੁਰੂ ਸਾਹਿਬ ਕਹਿੰਦੇ ਹਨ, ਸਿੰਬਲ ਦੇ ਫੁੱਲਾਂ ਨੂੰ ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ। ਤੋਤੇ ਭੁਲੇਖਾ ਖਾਂਦੇ ਨੇ ਕਿ ਇਹ ਥੱਲੇ ਬੜੇ ਸੋਹਣੇ ਫਲ ਪੱਕੇ ਨੇ, ਪਰ ਹੁੰਦੇ ਉਹ ਫਲ ਫਿੱਕੇ, ਫੁੱਲ ਫਿੱਕੇ, ਫਲ ਬਕੇ, ਪੱਤ ਨਾ ਆਵੇਂ, ਪੱਤੇ ਵੀ ਕੰਮ ਨਹੀਂ ਆਉਂਦੇ। ਉਹਨਾਂ ਨੂੰ ਪਛਤਾਉਣਾ ਪੈਂਦਾ ਥੱਲੇ ਉਤਰ ਕੇ। ਉਸ ਤੋਂ ਆਸ ਕਰਕੇ ਆਏ ਸਨ, ਮਿਲਿਆ ਕੁਝ ਵੀ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਨੇ, ਮੇਰੇ 'ਚ ਵੀ ਇਹ ਯੋਗਣ ਹੈ, ਮੈਂ ਵੀ ਸਿੰਬਲ ਰੁੱਖ ਵਰਗਾ ਹਾਂ, ਖਾਲੀ ਹਾਂ। ਪਰਮੇਸ਼ਰ ਮੇਰੇ 'ਤੇ ਦਇਆ ਕਰ। ਸੇ ਫਲ ਕੰਮ ਨਾ ਆਵਣੀ, ਤੇ ਗੁਣ ਮੈਂ ਤਨ ਹਨ। ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ, ਉਹੋ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ। ਗੁਰੂ ਸਾਹਿਬ ਕਬੂਲ ਕਰ ਰਹੇ ਹਨ। ਇਹਨੂੰ ਹੀ ਕਹਿੰਦੇ ਨੇ ਪਹਿਲਾਂ ਵਰਨ ਕਬੂਲ,
ਜੀਵਨ ਕੀ ਛੱਡ ਆਪਣੇ ਅਵਗੁਣਾਂ ਨੂੰ ਕਬੂਲ ਕਰ ਮਨਾ। ਫਿਰ ਉਸ ਪਰਮੇਸ਼ਰ ਦਾ ਨਾਮ ਲੈ, ਉਸ ਤੋਂ ਆਸ ਕਰ, ਉਸ ਪਰਮੇਸ਼ਰ ਨਾਲ ਜੁੜਨਾ ਕਰ। ਅਗਲੇ ਪਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਅੰਧੁਲੈ ਭਾਰ ਉਠਾਇਆ ਡੂੰਗਰ ਵਾਟ ਬਹੁਤ। ਹੁਣ ਅੰਧਲਾ ਹੈ, ਅੰਨਾ ਮਨੁੱਖ, ਗਿਆਨਹੀਣਾ ਹੈ, ਸਮਝ ਨਹੀਂ ਇਸ ਨੂੰ, ਤੇ ਭਾਰ ਚੁੱਕਿਆ ਹੈ ਮਾਇਆ ਦਾ ਕਿ ਇਹ ਕੋਠੀਆਂ ਮੇਰੀਆਂ, ਇਹ ਮੇਰੇ ਬੰਗਲੇ, ਇਹ ਮੇਰੀਆਂ ਫੈਕਟਰੀਆਂ, ਇਹ ਮੇਰੀਆਂ ਜ਼ਮੀਨਾਂ, ਸਿਰ ਤੇ ਭਾਰ ਚੁੱਕੀ ਬੈਠਾ। ਅੰਧਲਾ ਭਾਰ ਉਠਾਇਆ ਡੂੰਗਰ ਵਾਟ ਬਹੁਤ। ਤੇ ਜੀਵਨ ਦਾ ਰਸਤਾ ਬੜਾ ਔਖਾ ਹੈ, ਜਿਵੇਂ ਪਹਾੜੀ ਰਸਤਾ ਚੜ੍ਹਨਾ ਹੋਵੇ। ਪਹਾੜ ਤੇ ਚੜ੍ਹਨਾ ਬੜਾ ਔਖਾ ਹੈ ਤੇ ਸਮਤਲ ਰਾਹ ਤੇ ਬੜਾ ਸੌਖਾ ਚਲੇ ਜਾਈਦਾ ਹੈ ਨਿਵਾਨ ਨੂੰ। ਗੁਰੂ ਸਾਹਿਬ ਕਹਿੰਦੇ ਨੇ ਇਹ ਮਨੁੱਖ ਦੀ ਹਾਲਤ ਵੀ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਅੰਨੇ ਨੇ ਭਾਰ ਚੁੱਕਿਆ ਹੋਵੇ ਤੇ ਪਹਾੜੀ ਰਸਤਾ ਹੋਵੇ ਤਾਂ ਕਿੰਨਾ ਮੁਸ਼ਕਲ ਹੋਏਗਾ। ਮੈਂ ਅੰਨੇ ਨੇ ਸਿਰ ਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ। ਅਗਾਂਹ ਮੇਰਾ ਜੀਵਨ ਪੰਧ ਬੜਾ ਪਹਾੜੀ ਰਸਤਾ ਹੈ, ਬੜਾ ਔਖਾ ਹੈ, ਤੇ ਸਿਰ ਤੇ ਭਾਰ ਤੇ ਗਿਆਨ ਤੋਂ ਹੀਣਾ, ਮੈਨੂੰ ਰਾਹ ਦੀ ਸਮਝ ਕੋਨੀ ਕਿਹੜੇ ਪਾਸੋਂ ਜਾਣਾ ਹੈ, ਤੇ ਸੜਕ ਥੋੜਾ ਬਣਾ ਕੇ ਰੱਖੀ। ਬੜਾ ਮੁਸ਼ਕਲ ਹੈ, ਕਠਨ ਹੈ। ਅੱਖੇ ਲੋੜੀ ਨਾ ਲਹਾ ਹਉ ਚੜ ਲੰਘਾਂ ਕਿਤ। ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਨਾਲ ਭਾਲਿਆਂ ਪੀ ਮੈਂ ਰਾਹ ਖਾੜਾ ਲੱਭ ਨਹੀਂ ਸਕਦਾ। ਕਿਉਂ? ਇਹਨਾਂ ਅੱਖਾਂ 'ਚ ਉਹ ਗਿਆਨ ਨਹੀਂ, ਉਹ ਨਜ਼ਰ ਨਹੀਂ, ਮੈਨੂੰ ਉਹ ਸਮਝ ਨਹੀਂ ਕਿ ਮੈਂ ਰਾਹ ਲੱਭ ਸਕਾਂ, ਕਿਉਂਕਿ ਅੱਖਾਂ ਹੀ ਨਹੀਂ ਹਨ ਉਹ ਗਿਆਨ ਵਾਲੀਆਂ ਅੱਖਾਂ। ਗੁਰੂ ਤੋਂ ਗਿਆਨ ਨਹੀਂ ਲਿਆ। ਫਿਰ ਇਹੋ ਜਿਹੀ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ੍ਹ ਕੇ ਪਾਰ ਲੰਘਾਂ, ਦੁਵਿਧਾ ਬਣ ਗਈ ਹੈ। ਉਸ ਪਰਮੇਸ਼ਰ ਅੱਗੇ ਜੋਦੜੀ ਕਰਕੇ ਸਾਨੂੰ ਤੇ ਤੁਹਾਨੂੰ ਸਮਝਾਉਣਾ ਕਰਦੇ ਹਨ ਗੁਰੂ ਸਾਹਿਬ। ਇਸ ਕਰਕੇ ਗੁਰੂ ਨਾਲ ਜੁੜਨਾ ਕਰੀਏ ਭਾਈ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ। ਚਾਕਰੀਆਂ ਲੋਕਾਂ ਦੀਆਂ ਖੁਸ਼ਾਮਤਾਂ ਕਰਨੀਆਂ, ਤਰਲੇ ਲੈਣੇ ਪਏ। ਚੰਗਿਆਈਆਂ ਬਾਹਰਲੇ ਵਿਖਾਵੇ, ਮੈਂ ਬੜਾ ਚੰਗਾ ਵਾਂ, ਤੇ ਕਹਿੰਦੇ ਨੇ ਇਹਨਾਂ ਕੰਮਾਂ 'ਚ ਪਿਆ ਜੀਵਨ ਵਿਅਰਥ ਚਲਾ ਜਾਂਦਾ। ਗੁਰੂ ਸਾਹਿਬ ਕਹਿੰਦੇ ਹਨ ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪੰਧ ਵਿੱਚੋਂ, ਇਹਦੇ ਵਿੱਚੋਂ ਪਾਰ ਲੰਘਣ ਲਈ ਦੁਨੀਆ ਦੇ ਲੋਕਾਂ ਦੀਆਂ ਖੁਸ਼ਾਮਦਾਂ ਕਿਸੇ ਕੰਮ ਨਹੀਂ ਆਉਣੀਆਂ। ਜੇ ਦੁਨੀਆ ਦੀਆਂ ਖੁਸ਼ਾਮਦਾਂ ਕਰਦਾ ਰਿਹਾ, ਸੰਸਾਰ ਦੇ ਲੋਕਾਂ ਤੋਂ ਮੰਗਾਂ ਮੰਗਦਾ ਰਿਹਾ, ਤੇ ਤੇਰੇ ਤੋਂ ਕੱਖ ਨਹੀਂ, ਜੀਵਨ ਸਫਲਾ ਨਹੀਂ ਹੋਣਾ, ਪਾਰ ਨਹੀਂ ਲੰਘਿਆ ਜਾਣਾ। ਜੀਵਨ ਸਫਰ ਪਹਾੜੀ ਰਸਤੇ ਵਰਗਾ। ਲੋਕ ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆਉਣੀਆਂ। ਅਵਰ ਸਿਆਣਪ ਕਿਤ, ਸਿਆਣਪਾਂ ਜਾਂ ਚਲਾਕੀਆਂ ਕੋਈ ਕੰਮ ਨਹੀਂ ਕਰ ਸਕਦੀਆਂ। ਪਰਮੇਸ਼ਰ ਦਾ ਆਸਰਾ ਲੈ, ਗੁਰੂ ਨਾਲ ਜੁੜਨਾ ਕਰ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ। ਅਖੀਰ 'ਚ ਗੁਰੂ ਸਾਹਿਬ ਤੱਤ ਕੱਢਦੇ ਨੇ, ਉਹ ਮੱਖਣ ਕੱਢਦੇ ਨੇ, ਨਿਚੋੜ ਕੱਢਦੇ ਨੇ ਸਾਰਾ, ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਨਾਮ ਸੰਭਾਲ ਤੂੰ, ਇਹ ਮਨਾ ਤੂੰ ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰ। ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਿਆ ਕਰ। ਹਰ ਟਾਈਮ ਪਰਮਾਤਮਾ ਨੂੰ ਚੇਤੇ ਰੱਖਿਆ ਕਰ। ਮਾਇਆ ਦੇ ਮੋਹ ਦਾ ਬੱਝਾ ਹੋਇਆ ਬੱਧਾ, ਮਾਇਆ ਦੇ ਮੋਹ 'ਚ ਫਸਿਆ ਹੋਇਆ ਤੂੰ, ਇਸ ਨਾਮ ਸਿਮਰਨ ਦੀ ਰਾਹੀਂ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਸਕੇਗਾ। ਮੋਹ ਦੇ ਬੰਧਨਾਂ ਵਿੱਚੋਂ ਫਸਿਆ ਹੋਇਆ ਤੂੰ ਨਾਮ ਜਪਣ ਕਰਕੇ
नाम सिमरन करके छुट सकेगा, विकारां तो बच जाएगा। तो इस करके तू नाम सिमर। नाम सिमਰਨ वास्ते गुरु साहब हदायत करते हैं। रहाओ दे पदे विच गुरु साहब जिहड़ी बख्शिश करते हैं कि साजन से नाल मैं चलदियां नाल चलन, जिथे लेखा मंगिए तिथे खड़े दिसन। ਉਹ सज्जन ਕਿਹੜੇ ਹਨ? नाम सिमरन। ਉਹ ਗਿਆਨ, ਉਹ ਤਰੀਕਾ परमेश्वर ਨੂੰ मिलन वाला सिर्फ ते सिर्फ ਉਹ सज्जन है ਜਿਹੜਾ नाम संभाल, ਉਹ गुरु ਦੇ ਉਪਦੇਸ਼ ਨੂੰ संभाल, गुरु ਦੀ ਸਿੱਖਿਆ ਤੇ ਜੀਵਨ ਬਣਾ। तेरा जीवन सफला हो जाएगा मना। उस नाम नाल जुड़ना शुरू कर। सो इत्थे समाप्ति है। वाहिगुरु जी का खालसा, वाहिगुरु जी की फतेह।